Hello everyone. Today we will do about provident fund. So in income tax there is a concept of provident fund. So we will do that concept in detail in this chapter. So subject fundamental of accounting ਦਾ ਇਹ 6th ਵੀਡੀਓ ਆ। ਸੋ ਹੋਰ ਵੀਡੀਓ ਲੈਣ ਦੇ ਲਈ ਚੈਨਲ ਨੂੰ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬਿਜ਼ਨਸ ਐਂਡ ਕਮਰਸ ਚੈੱਕ। Today's topic ਅੱਜ ਅਸੀਂ ਟੌਪਿਕ ਦੇ ਵਿੱਚ ਕਵਰ ਕਰਾਂਗੇ ਪ੍ਰੋਵੀਡੈਂਟ ਫੰਡ ਮੀਨਿੰਗ ਟਾਈਪਸ ਐਂਡ ਟੈਕਸ ਟ੍ਰੀਟਮੈਂਟ। ਪ੍ਰੋਵੀਡੈਂਟ ਫੰਡ ਕੀ ਹੁੰਦਾ ਹੈ? ਸੋ ਪ੍ਰੋਵੀਡੈਂਟ ਫੰਡ ਸਰਕਾਰ ਕਰਮਚਾਰੀਆਂ ਦੀ ਭਲਾਈ ਦੇ ਲਈ ਬਹੁਤ ਸਾਰੇ ਫੰਡ ਸ਼ੁਰੂ ਕਰਦੀ ਹੈ। ਇਹਦੇ ਵਿੱਚ ਕੀ ਹੁੰਦਾ ਵਾ, EMPLOYEE ਆਪਣੀ ਸੈਲਰੀ ਦਾ ਹਿੱਸਾ ਤੇ ਉਹਦਾ EMPLOYER ਫੰਡ ਵਿੱਚ ਕੰਟਰੀਬਿਊਟ ਕਰਦੇ ਆ ਤੇ ਕੁਝ ਫੰਡ ਚ ਇਕੱਲੇ EMPLOYEE ਕੰਟਰੀਬਿਊਟ ਕਰਦੇ ਆ, ਪਰ ਕਈ ਫੰਡ ਇਹੋ ਜਿਹੇ ਹੁੰਦੇ ਆ ਜਿਸ ਚ EMPLOYER ਵੀ ਕੰਟਰੀਬਿਊਟ ਕਰਦੇ ਆ। ਇਹਨਾਂ ਫੰਡਸ ਦੇ ਵਿੱਚ ਜੋ ਵੀ ਰਕਮ ਜਮ੍ਹਾਂ ਹੁੰਦੀ ਆ ਉਹ ਸਾਰੀ ਰਕਮ ਵਿਆਜ ਸਮੇਤ ਕਰਮਚਾਰੀ ਨੂੰ ਮਿਲਦੀ ਆ, EMPLOYEE ਨੂੰ ਮਿਲਦੀ ਆ। ਤੇ ਇਹਦੇ ਵਿੱਚ ਇਹ ਵੀ ਫੈਸਿਲਿਟੀ ਹੁੰਦੀ ਆ ਵੀ ਕੋਈ EMPLOYEE ਉਹਨੂੰ ਜੇ ਉਹਦੇ ਵਿੱਚ ਕੋਈ ਰਕਮ ਚਾਹੀਦੀ ਆ, ਮਤਲਬ ਉਹਨੂੰ ਕੋਈ ਨੀਡ ਅਰਾਈਜ਼ ਹੋ ਜਾਂਦੀ ਆ ਤਾਂ ਉਹਦੇ ਵਿੱਚੋਂ ਰੁਪਈਆ ਕਢਾ ਸਕਦਾ ਵਾ। ਵੈਸੇ ਤਾਂ ਰਿਟਾਇਰਮੈਂਟ ਦੇ ਰੁਪਈਏ ਦੇ ਇਸ ਫੰਡ ਚੋਂ ਕਢਾ ਸਕਦਾ ਵਾ, ਪਰ ਕੋਈ ਵਿਸ਼ੇਸ਼ ਅਵਸਰ ਤੇ ਜਾਂ ਕੋਈ ਵਿਸ਼ੇਸ਼ ਲੋੜ ਪੈਣ ਤੇ ਜੋ ਕਿ ਮੈਂਸ਼ਨਡ ਕੀਤੀਆਂ ਹੁੰਦੀਆਂ ਵਾ ਨਿਯਮਾਂ ਦੇ ਵਿੱਚ, ਤਾਂ ਰਿਟਾਇਰਮੈਂਟ ਤੋਂ ਪਹਿਲਾਂ ਵੀ ਇਹ ਰਕਮ ਕਢਵਾਈ ਜਾ ਸਕਦੀ ਆ। ਜੇ ਕਰਮਚਾਰੀ ਦੀ ਡੈਥ ਹੋ ਜਾਂਦੀ ਆ ਤੇ ਸਾਰੇ ਦਾ ਸਾਰਾ ਪੈਸਾ ਉਹਦੇ ਲੀਗਲ ਹਾਇਰ ਨੂੰ ਮਿਲਦਾ, ਯਾਨੀ ਕਾਨੂੰਨੀ ਉੱਤਰਾਧਿਕਾਰੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਵੀਡੀਓ ਨੂੰ ਲਾਈਕ ਕਰੋ। ਪ੍ਰੋਵੀਡੈਂਟ ਫੰਡ ਦੀਆਂ ਕਿਸਮਾਂ। ਪ੍ਰੋਵੀਡੈਂਟ ਫੰਡ ਦੀਆਂ ਮੇਨਲੀ 4 ਕਿਸਮਾਂ ਹੁੰਦੀਆਂ ਵਾ। ਸੋ ਪ੍ਰੋਵੀਡੈਂਟ ਫੰਡ 4 ਤਰ੍ਹਾਂ ਦਾ ਹੁੰਦਾ: ਸਟੈਚੂਟਰੀ ਪ੍ਰੋਵੀਡੈਂਟ ਫੰਡ, ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ, ਅਨਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਤੇ ਪਬਲਿਕ ਪ੍ਰੋਵੀਡੈਂਟ ਫੰਡ। ਹੁਣ ਅਸੀਂ ਇਹਨਾਂ ਚਾਰਾਂ ਬਾਰੇ ਡਿਟੇਲ ਚ ਪੜਾਂਗੇ। ਸੋ ਪ੍ਰੋਵੀਡੈਂਟ ਫੰਡ ਦੀਆਂ ਕਿਸਮਾਂ। ਪਹਿਲਾ ਹੈਗਾ ਸਟੈਚੂਟਰੀ ਪ੍ਰੋਵੀਡੈਂਟ ਫੰਡ। ਜਿਹੜਾ ਸਟੈਚੂਟਰੀ ਪ੍ਰੋਵੀਡੈਂਟ ਫੰਡ ਆ, ਇਹ ਪ੍ਰੋਵੀਡੈਂਟ ਫੰਡ ਐਕਟ 1925 ਦੇ ਅਨੁਸਾਰ ਸਥਾਪਿਤ ਕੀਤਾ ਜਾਂਦਾ ਵਾ ਤੇ ਇਹਦਾ ਪ੍ਰਬੰਧ ਸਰਕਾਰ ਜਾਂ ਅਰਧ ਸਰਕਾਰੀ ਸੰਸਥਾਵਾਂ ਜਾਂ ਸਥਾਨਕ ਸੰਸਥਾਵਾਂ, ਰੇਲਵੇ, ਯੂਨੀਵਰਸਿਟੀਆਂ ਜਾਂ ਰੈਕੋਗਨਾਈਜ਼ਡ ਵਿਦਿਅਕ ਸੰਸਥਾਵਾਂ ਦੁਆਰਾ ਕੀਤਾ ਜਾਂਦਾ ਹੈ। ਸੋ ਸਟੈਚੂਟਰੀ ਪ੍ਰੋਵੀਡੈਂਟ ਫੰਡ ਆ ਜਿਹੜਾ, ਇਹ ਐਕਟ ਦੇ ਅਕੋਰਡਿੰਗਲੀ ਐਸਟੈਬਲਿਸ਼ ਕੀਤਾ ਜਾਂਦਾ ਵਾ, ਪ੍ਰੋਵੀਡੈਂਟ ਫੰਡ ਐਕਟ 1925। ਦੈਨ ਸੈਕੰਡ ਹੈਗਾ ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ। ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਉਹ ਫੰਡ ਹੁੰਦਾ ਵਾ ਜਿਸ ਪ੍ਰੋਵੀਡੈਂਟ ਫੰਡ ਉੱਪਰ EMPLOYEE ਪ੍ਰੋਵੀਡੈਂਟ ਫੰਡ ਅਤੇ ਮਿਸਲੇਨੀਅਸ ਪ੍ਰੋਵੀਜ਼ਨ ਐਕਟ 1952, ਜਿਸ ਨੂੰ ਹੁਣ ਪ੍ਰੋਵੀਡੈਂਟ ਫੰਡ ਐਕਟ 1952 ਵੀ ਕਿਹਾ ਜਾਂਦਾ ਹੈ, ਲਾਗੂ ਹੁੰਦਾ ਹੈ। ਯਾਨੀ ਕਿ ਜਿਹਦੇ ਤੇ ਪ੍ਰੋਵੀਡੈਂਟ ਫੰਡ ਐਕਟ 1952 ਲਾਗੂ ਹੁੰਦਾ ਵਾ, ਉਹਨੂੰ ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਕਿਹਾ ਜਾਂਦਾ ਵਾ। ਜਿਹੜੀ ਸੰਸਥਾ ਦੇ ਵਿੱਚ 20 ਤੋਂ ਵੱਧ ਕਰਮਚਾਰੀ ਹੁੰਦੇ ਆ, ਉਸ ਸੰਸਥਾ ਲਈ ਇਹ ਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਐਸਟੈਬਲਿਸ਼ ਕਰਨਾ ਜ਼ਰੂਰੀ ਹੋ ਜਾਂਦਾ। ਅਨਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਉਹ ਫੰਡ ਜਿਹਨੂੰ ਆਮਦਨ ਕਰ ਅਧਿਨਿਯਮ ਰੈਕੋਗਨਾਈਜ਼ ਨਹੀਂ ਕਰਦਾ, ਉਸ ਨੂੰ ਅਨਰੈਕੋਗਨਾਈਜ਼ਡ ਪ੍ਰੋਵੀਡੈਂਟ ਫੰਡ ਕਿਹਾ ਜਾਂਦਾ ਵਾ। ਲਾਸਟ ਹੈਗਾ ਵਾ ਪਬਲਿਕ ਪ੍ਰੋਵੀਡੈਂਟ ਫੰਡ। ਇਹ ਫੰਡ ਦੀ ਫੈਸਿਲਿਟੀ ਸਰਕਾਰ ਦੁਆਰਾ ਆਮ ਲੋਕਾਂ ਨੂੰ ਦਿੱਤੀ ਗਈ ਆ। ਆਮ ਲੋਕਾਂ ਦੇ ਵਿੱਚ ਬੱਚਤ ਦੀ ਹੈਬਿਟ ਨੂੰ ਪ੍ਰਮੋਟ ਕਰਨ ਦੇ ਲਈ ਇਹ ਫੰਡ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਵਾ। ਕੋਈ ਵੀ ਵਿਅਕਤੀ, ਆਮ ਵਿਅਕਤੀ ਸਟੇਟ ਬੈਂਕ ਜਾਂ ਕਿਸੇ ਨੈਸ਼ਨਲਾਈਜ਼ਡ ਬੈਂਕ ਦੇ ਵਿੱਚ ਆਪਣਾ ਇੱਕ ਅਕਾਊਂਟ ਖੁਲਵਾ ਸਕਦਾ ਵਾ, ਜਿਹਦੇ ਨਾਲ ਉਹਦਾ ਇਹ ਫੰਡ ਸ਼ੁਰੂ ਹੋ ਜਾਂਦਾ ਵਾ। ਇਸ ਫੰਡ ਦੇ ਵਿੱਚ ਘੱਟੋ ਘੱਟ 500 ਰੁਪਏ ਇੱਕ ਸਾਲ ਦੇ ਵਿੱਚ ਜਾਂ ਵੱਧੋ ਵੱਧ 1.5 ਲੱਖ ਰੁਪਏ ਇੱਕ ਸਾਲ ਦੇ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਆ। ਰੂਲ ਦੇ ਅਕੋਰਡਿੰਗਲੀ ਇਹ ਫੰਡ ਦੇ ਵਿੱਚ ਰੁਪਏ 15 ਸਾਲ ਲਈ ਜਮ੍ਹਾਂ ਹੁੰਦੇ ਆ, ਮਤਲਬ 15 ਸਾਲ ਤੋਂ ਬਾਅਦ ਹੀ ਕਢਵਾਏ ਜਾ ਸਕਦੇ ਆ। ਬਟ ਕੁਝ ਵਿਸ਼ੇਸ਼ ਕਾਰਨ ਜਾਂ ਸਥਿਤੀਆਂ ਦੇ ਵਿੱਚ ਇਹਦੇ ਚੋਂ ਪਹਿਲਾਂ ਵੀ ਰੁਪਏ ਕਢਵਾਏ ਜਾ ਸਕਦੇ ਆ, ਸ਼ਰਤਾਂ ਪੂਰੀਆਂ ਕਰਕੇ। ਤੇ ਇਸ ਫੰਡ ਦੇ ਉੱਤੇ ਮਿਲਣ ਵਾਲਾ ਵਿਆਜ ਪੂਰੀ ਤਰ੍ਹਾਂ ਕਰ ਮੁਕਤ ਹੁੰਦਾ ਵਾ।
इसी 4 तरह के फंड। सो चैनल नूं सबसक्राइब करो जे हुण तक नहीं किया, ताकि तुहानूं अगे भी वीडियो मिलते रहन। नैक्सट है आमदन कर दे लई प्रोविडेंट फंड दी टैक्स ट्रीटमेंट। टैक्स ट्रीटमेंट ऑफ प्रोविडेंट फंड, टैक्स ट्रीटमेंट ऑफ प्रोविडेंट फंड। देखो कर्मचारी ते मालक आ जिहड़े दोनों ही प्रोविडेंट फंड च कंट्रीब्यूट करते हैं। धारा 80C के तहत इहदे रिगार्डिंग कटौती मिलती आ आमदन कर एक्ट दे विच। यह एक तरह का सुरक्षित फंड हुंदा वा जिहदे विच कर्मचारी अपनी तनख्वाह का हिस्सा पाउंदे आ ते मालक भी उहदे विच योगदान पाउंदे हन। ते आमदन कर दी धारा 10 उपधारा 11 यानी सैक्शन 10 सबसैक्शन 11 एंड सैक्शन 10 सबसैक्शन 12 प्रोविडेंट फंड विच शामिल की गई रकम की छूट नूं परिभाषित करती है। इस तो अलावा प्रोविडेंट फंड विच कंट्रीब्यूट करन ते कटौती मिलती है, वह आमदन कर दी धारा 80C अनुसार मिलती है। सो इसकी टैक्स ट्रीटमेंट है जिहड़ी वो टेबल दे विच प्रेजेंट की गई है। पहला बेसिस दिते आ, इस तो बाद फंड्स दिते आ। पहला बेसिस दे विच हैगा एम्पलायर कंट्रीब्यूशन, एम्पलायर जिहड़ा कंट्रीब्यूट करदा वा जे तां रैकगनाइज प्रोविडेंट फंड आ तां 12% सैलरी दा एग्जाम्प्ट होऊगा। इस तो बाद दा जिहड़ा वो टैक्सेबल होऊगा। सैलरी दे विच बेसिक सैलरी, डीए, डियरनेस अलाउंस, डीए एंटर भी कहते जिन्हों, उस तो बाद कमीशन ऑन टर्नओवर अचीव, ये 3 चीज़ां इंक्लूड की जांदियां सैलरी कैलकुलेट करन लगे। सो 12% तक एग्जाम्प्ट हुंदा वा। जे अनरैकोगनाइज प्रोविडेंट आ तां कोई टैक्स नहीं लगता, जे स्टैट्यूटरी प्रोविडेंट फंड आ तां कोई टैक्स नहीं लगता, जे पब्लिक प्रोविडेंट फंड आ तां कोई टैक्स नहीं लगता। इंप्लाइज कंट्रीब्यूशन ते इंप्लाइज कंट्रीब्यूशन आ और सैक्शन 80C की डिडक्शन मिलती है रैकोगनाइज प्रोविडेंट फंड च। अनरैकोगनाइज प्रोविडेंट फंड दे विच 80C की डिडक्शन नहीं मिलती, ते स्टैट्यूटरी प्रोविडेंट फंड च भी 80C की डिडक्शन मिलती है, ते पब्लिक प्रोविडेंट फंड च भी 80C की डिडक्शन मिलती है। इंटरस्ट ऑन प्रोविडेंट फंड जिहड़े तां रैकोगनाइज प्रोविडेंट फंड आ उहदे विच 9.5% आ जिहड़ा सैलरी दा वो एग्जाम्प्ट हुंदा वा। उस तो उपर जिहड़ा होवे वो टैक्सेबल हुंदा इंटरस्ट। अनरैकोगनाइज प्रोविडेंट फंड च कोई टैक्स नहीं हुंदा, स्टैट्यूटरी प्रोविडेंट फंड भी एग्जाम्प्ट हुंदा वा ते पब्लिक प्रोविडेंट फंड भी एग्जाम्प्ट हुंदा वा। अमाउंट विथड्रू एट रिटायरमेंट टाइम, जदों अमाउंट रिटायरमेंट के टाइम ते कढ़ाई जाती है। जे रैकोगनाइज प्रोविडेंट फंड आ एग्जाम्प्ट सबजैक्ट टू सर्टन कंडीशन, कुछ कंडीशनां दे अकॉर्डिंगली यह एग्जाम्प्ट हुंदी आ। अनरैकोगनाइज प्रोविडेंट फंड दे विच इंप्लायर ते जिहड़ा उस इंप्लायर दी अमाउंट ते जो इंटरस्ट बनदा वा ओह जिहड़ा हुंदा वा ओह सैलरी दे हैड दे विच टैक्सेबल हुंदा वा। कंट्रीब्यूशन जो इंप्लाई ने आप किया हुंदा वा ओह टैक्सेबल नहीं हुंदा। जिहड़ा उहदे ते इंटरस्ट मिलिया हुंदा वा ओह इनकम फ्रॉम अदर हैड दे विच टैक्सेबल हुंदा वा। स्टैट्यूटरी प्रोविडेंट फंड दे विच जो अमाउंट तुसीं विड्रॉ करदे हो वो एग्जाम्प्टेड हुंदी है, यानी उहते टैक्स नहीं लगता। इदां ही पब्लिक प्रोविडेंट फंड ते भी जो अमाउंट हुंदी है वो एग्जाम्प्टेड हुंदी है। सो इहदे रिगार्डिंग कुछ कंडीशनां हैगियां वा, जिवें प्रोविडेंट 5 साल तक लगातार चलिया होना चाहिए वा। सो ये सीगा सारा मेनली ये है भी जो असी प्रोविडेंट फंड च कंट्रीब्यूट करते हैं सानू इनकम टैक्स की कैलकुलेशन दे रिगार्डिंग डिडक्शन मिलती है। डिडक्शन 80C दे विच मिलती है ते कुछ पोर्शन है जिहड़ा इहदे विच कंट्रीब्यूशन दा एग्जाम्प्ट हुंदा वा। कई फंड दे विच सारी अमाउंट एग्जाम्प्ट हुंदी है, कुछ नियमां अनुसार एग्जाम्प्ट हुंदी है। सो ये सीगा अपना प्रोविडेंट फंड दे रिगार्डिंग वीडियो। सो वीडियो नूं शेयर करो। थैंक यू वेरी मच।